ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਗਲੀ ਕਵਿਤਾ ਕਰਾਂਗੇ ਮੇਰਾ ਬਚਪਨ, ਜੋ ਕਿ ਹਰਭਜਨ ਸਿੰਘ ਜੀ ਦੀ ਲਿਖੀ ਹੋਈ ਹੈ। ਡਾਕਟਰ ਹਰਭਜਨ ਸਿੰਘ ਪੰਜਾਬੀ ਸਾਹਿਤ ਦੇ ਸ੍ਰੇਸ਼ਠ ਆਲੋਚਕ ਅਤੇ ਆਧੁਨਿਕ ਚੇਤਨਾ ਦੇ ਕਵੀ ਹਨ। ਆਪ ਨੇ ਮਨੁੱਖ ਦੀਆਂ ਅੰਤਰਮੁਖੀ ਅਤੇ ਬਾਹਰਮੁਖੀ ਸਮੱਸਿਆਵਾਂ ਨੂੰ ਧੁਰ ਡੂੰਘਾਈ ਤੱਕ ਜਾ ਕੇ ਚਿਤਰਿਆ ਹੈ। ਆਪ ਜੀ ਦਾ ਜਨਮ 18 ਅਗਸਤ 1920 ਈਸਵੀ ਨੂੰ ਲਮਡਿੰਗ, ਅਸਾਮ ਵਿੱਚ ਹੋਇਆ। ਆਪ ਨੇ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਦੋਹਾਂ ਵਿਸ਼ਿਆਂ ਵਿੱਚ MA ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਵਿੱਚ ਲੰਬੇ ਸਮੇਂ ਤੱਕ ਲੈਕਚਰਰ ਲੱਗੇ ਰਹੇ। ਡਾਕਟਰ ਹਰਭਜਨ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿਾਂ ਵਿੱਚ ਭਾਵ ਪ੍ਰਧਾਨ ਸ਼ੈਲੀ ਦਾ ਰੰਗ ਵਧੇਰੇ ਹੈ, ਪਰ ਮੁੱਖ ਤੌਰ 'ਤੇ ਆਪ ਬੌਧਿਕ ਰੰਗਣ ਵਾਲੇ ਕਵੀ ਸਨ। ਆਪ ਨੇ ਜੀਵਨ ਦੀ ਨਿਰਾਸ਼ਤਾ, ਕਰਮਹੀਣਤਾ, ਸਮਾਜਿਕ ਮਨੋਵਿਗਿਆਨਿਕ ਪਰਿਸਥਿਤੀਆਂ, ਮਨੁੱਖੀ ਭਾਵਾਂ ਦੀ ਸੂਖਮਤਾ ਅਤੇ ਗਹਿਰਾਈ ਨੂੰ ਬਰੀਕੀ ਨਾਲ ਚਿਤਰਿਆ ਹੈ। ਹੁਣ ਅਸੀਂ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ। ਮੇਰਾ ਬਚਪਨ। ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ, ਜਦ ਉਮਰਾਂ ਦੀ ਝੋਲੀ ਦੇ ਵਿੱਚ 2, 3, 4 ਜਾਂ 5 ਵਰ੍ਹੇ ਸਨ। ਇਹ ਕਾਵਿ ਟੁਕੜਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਪੰਜਾਬੀ ਵਿੱਚ ਸ਼ਾਮਿਲ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਵਿੱਚੋਂ ਲਈ ਗਈ ਹੈ। ਔਰ ਇਸ ਕਵਿਤਾ ਵਿੱਚ ਕਵੀ ਨੇ ਇੱਕ ਅਜਿਹੇ ਬੱਚੇ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਹੈ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਬਚਪਨ ਵਿੱਚ ਉੱਠ ਗਿਆ ਸੀ, ਭਾਵ ਉਸਦੇ ਪਿਤਾ ਜੋ ਸਨ ਉਹ ਬਚਪਨ ਵਿੱਚ ਹੀ ਮਰ ਗਏ ਸਨ। ਸੋ ਪਿਤਾਹੀਣ ਹੋਣ ਕਾਰਨ ਬਚਪਨ ਦੀ ਮਾਸੂਮੀਅਤ ਤੋਂ ਵਾਂਝਿਆ ਰਹਿ ਜਾਣ ਦਾ ਝੋਰਾ ਹੀ ਇਸ ਕਵਿਤਾ ਦਾ ਮੂਲ ਪ੍ਰੇਰਨਾ ਸਰੋਤ ਹੈ। ਸੋ ਵਿਆਖਿਆ ਇਸ ਤਰ੍ਹਾਂ ਹੈ। ਕਵੀ ਆਖਦਾ ਹੈ ਕਿ ਬਚਪਨ ਦੇ ਵਿੱਚ ਉਸਦੇ ਪਿਤਾ ਦਾ ਸਾਇਆ ਉਸਦੇ ਸਿਰ ਤੋਂ ਉੱਠ ਗਿਆ ਸੀ। ਹੁਣ ਉਹ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਜੀਵਨ 'ਤੇ ਹੈਰਾਨ ਹੁੰਦਾ ਆਖਦਾ ਹੈ ਕਿ ਮੇਰਾ ਬਚਪਨ ਤਾਂ ਅਜੇ ਤੱਕ ਆਇਆ ਹੀ ਨਹੀਂ, ਇਹ ਕਦੋਂ ਆਵੇਗਾ। ਉਹ ਸੋਚਦਾ ਸੀ ਕਿ ਜਦੋਂ ਉਸ ਦੀ ਉਮਰ 3, 4 ਜਾਂ 5 ਸਾਲ ਸੀ ਤਾਂ ਉਹ ਵੇਖਦਾ ਸੀ ਮਾਂ ਦੇ ਬੁੱਲ੍ਹ ਬਰਾਨਾ ਉੱਤੇ, ਬਰਾਨਾ ਮਤਲਬ ਮਾਂ ਹਸਤੀ ਨਹੀਂ ਸੀ, ਔਰ ਉਸਦੇ ਬੁੱਲ੍ਹ ਉਸ ਬੰਜਰ ਧਰਤੀ ਵਰਗੇ ਸਨ ਜਿੱਥੇ ਕਿ ਹਰੀ ਕਰੂੰਬਲ ਨਹੀਂ ਉੱਗਦੀ ਸੀ। ਮਾਂ ਦੇ ਬੁੱਲ੍ਹ ਬਰਾਨਾ ਉੱਤੇ ਕਦੇ ਨਾ ਉੱਗੀ ਹਰੀ ਕਰੂੰਬਲ। ਨੈਣ ਉਸ 'ਤੇ ਭਰੇ ਭਰੇ ਸਨ, ਦਿਨ ਜਿਉਂ ਬੁਝੇ ਬੁਝੇ ਪਰਛਾਵੇਂ। ਮਾਂ ਮੇਰੀ ਦੀ ਸਗਲ ਮੁਸ਼ੱਕਤ, ਸਗਲ ਦਾ ਮਤਲਬ ਹੈ ਸਾਰੀ ਔਰ ਮੁਸ਼ੱਕਤ ਦਾ ਮਤਲਬ ਹੈ ਮਿਹਨਤ। ਮਾਂ ਮੇਰੀ ਦੀ ਸਗਲ ਮੁਸ਼ੱਕਤ, ਨੀਵੀਂ ਨਜ਼ਰ ਸਦਾ ਸ਼ਰਮਾਵੇ। ਕਵੀ ਵੇਖਦਾ ਸੀ ਕਿ ਉਸਦੀ ਮਾਂ ਦੇ ਬੁੱਲ੍ਹਾਂ ਉੱਪਰ ਕਦੇ ਖੁਸ਼ੀ ਵਾਲੀ ਕਰੂੰਬਲ ਨਹੀਂ ਫੁੱਟੀ ਸੀ, ਭਾਵ ਉਹ ਕਦੇ ਖੁਸ਼ ਨਜ਼ਰ ਨਹੀਂ ਆਈ ਸੀ। ਉਸ ਦੀਆਂ ਅੱਖਾਂ ਵਿੱਚੋਂ ਹਮੇਸ਼ਾ ਉਦਾਸੀ ਹੀ ਨਜ਼ਰ ਆਉਂਦੀ ਸੀ। ਉਸ ਦੀ ਮਾਂ ਹਮੇਸ਼ਾ ਆਪਣੀ ਨਜ਼ਰ ਨੀਵੀਂ ਰੱਖਣ ਤੇ ਸ਼ਰਮਾਉਣ 'ਤੇ ਹੀ ਵਧੇਰੇ ਜ਼ੋਰ ਦਿੰਦੀ ਸੀ, ਕਿਉਂਕਿ ਉਹ ਇੱਕ ਵਿਧਵਾ ਸੀ। ਰਾਤ ਸੁਲਗਦਾ ਸੁੰਜਾ ਪਾਲਾ, ਮਾਂ ਮੇਰੀ ਮਾਂ ਦੀਪ ਵਿਹੂਣੇ, ਜਿਉਂ ਨੇਰੇ ਦੀ ਝੁੰਬ ਮਾਰ ਕੇ 2 ਬੂਟੇ ਕੁਮਲਾਏ ਸੁੱਤੇ। ਸੁੰਜਾ ਦਾ ਮਤਲਬ ਹੈ ਇਕੱਲਾ, ਔਰ ਦੀਪ ਵਿਹੂਣੇ ਦਾ ਮਤਲਬ ਹੈ ਦੀਵੇ ਤੋਂ ਬਗੈਰ, ਔਰ ਝੁੰਬ ਦਾ ਮਤਲਬ ਹੈ ਬੁੱਕਲ। ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਬਚਪਨ ਦੇ ਵਿੱਚ ਪਿਤਾਹੀਣ ਹੋਇਆ ਬੱਚਾ ਆਪਣੇ ਬੀਤੇ ਸਮੇਂ ਨੂੰ ਯਾਦ ਕਰਦਾ ਆਖਦਾ ਹੈ ਕਿ ਉਹਨਾਂ ਦੇ ਘਰ ਰਾਤੀ ਹਮੇਸ਼ਾ ਸਿਆਲਾਂ ਦੀਆਂ ਠੰਡੀਆਂ ਰਾਤਾਂ ਵਿੱਚ ਉਹ ਤੇ ਉਸਦੀ ਮਾਂ ਦੀਵੇ ਤੋਂ ਬਗੈਰ, ਭਾਵ ਹਨੇਰੇ ਵਿੱਚ ਇੰਝ ਹੀ ਸੌਂ ਜਾਂਦੇ ਸਨ ਜਿਵੇਂ ਹਨੇਰੇ ਦੀ ਬੁੱਕਲ ਮਾਰ ਕੇ 2 ਬੂਟੇ ਸੁੱਤੇ ਹੋਣ। ਸਾਡੇ ਵਿਹੜੇ ਮਰੀ ਕਹਾਣੀ, ਇੱਕ ਸੀ ਰਾਜਾ ਇੱਕ ਸੀ ਰਾਣੀ, ਕਦੀ ਕਦੀ ਮੇਰੀ ਮਾਂ ਆਖੇ ਵੇ ਮੇਰੇ ਦੁੱਖ ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ, ਜਿਸ ਥਾਂ ਤੇਰਾ ਬਾਪ ਸਿਧਾਇਆ ਉਸ ਥਾਵੇਂ ਕੋਈ ਪਾਪ ਨਾ ਆਵੇ, ਮੇਰੇ ਬੂਟੇ ਗੱਭਰੂ ਹੋ ਜਾ, ਤੇਰੀ ਛਾਵੇਂ ਮੈਂ ਸੌਂ ਜਾਵਾਂ, ਕਦੀ ਕਦੀ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਨਿਕਰਮਣ ਮਾਵਾਂ।
ਕਵੀ ਕਹਿੰਦਾ ਹੈ ਕਿ ਬਚਪਨ ਦੇ ਵਿੱਚ ਪਿਤਾਹੀਣ ਹੋਇਆ ਬੱਚਾ ਸੋਚਦਾ ਹੈ ਕਿ ਸਾਡੇ ਵਿਹੜੇ ਦੇ ਵਿੱਚ ਰਾਜੇ ਰਾਣੀ ਦੀ ਕਹਾਣੀ ਮਰ ਚੁੱਕੀ ਸੀ। ਮਤਲਬ ਬਚਪਨ ਵਿੱਚ ਮੈਨੂੰ ਮੇਰੀ ਮਾਂ ਨੇ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਦੀ ਕਹਾਣੀ ਕਦੇ ਸੁਣਾਈ ਹੀ ਨਹੀਂ, ਕਿਉਂਕਿ ਉਹ ਸਾਰਾ ਦਿਨ ਮਿਹਨਤ ਕਰਕੇ ਥੱਕੀ ਹੁੰਦੀ ਸੀ। ਕਦੇ ਕਦਾਈ ਉਸਦੀ ਮਾਂ ਉਸਨੂੰ ਛਾਤੀ ਨਾਲ ਲਗਾ ਕੇ ਸੌਣ ਲਈ ਆਖਦੀ ਸੀ। ਉਹ ਆਖਦੀ ਸੀ ਕਿ ਜਿੱਥੇ ਤੇਰਾ ਪਿਤਾ ਗਿਆ ਹੈ ਉਸ ਥਾਂ ਤੇ ਕੋਈ ਪਾਪ ਨਹੀਂ ਜਾਣਾ ਚਾਹੀਦਾ। ਉਹ ਆਪਣੇ ਛੋਟੇ ਬੱਚੇ ਨੂੰ ਛੇਤੀ ਜਵਾਨ ਹੋਣ ਲਈ ਆਖਦੀ ਤਾਂ ਜੋ ਜਵਾਨ ਹੋਏ ਪੁੱਤਰ ਦਾ ਸੁੱਖ ਮਾਣ ਸਕੇ। ਇਸ ਤਰ੍ਹਾਂ ਉਹ ਆਖਦੀ ਕਿ ਕਦੇ ਕਦਾਈ ਕਰਮਾਂ ਮਾਰੀਆਂ ਮਾਵਾਂ ਨੂੰ ਪੁੱਤਰਾਂ ਦੇ ਆਸਰੇ ਬੇਫਿਕਰ ਹੋ ਕੇ ਸੌਣਾ ਪੈਂਦਾ ਹੈ। ਮੈਂ ਆਪਣੀ ਮਾਤਾ ਦਾ ਓਲਾ, ਉਸ ਦੀ ਛਾਂ ਉਸਦਾ ਪਰਛਾਵਾਂ। ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ ਹਰ ਅੱਖ ਸੁਲਗੀ ਜਿਵੇਂ ਦੁਪਹਿਰੀ। ਮੈਂ ਉਸਦੇ ਸੰਗ ਤੁਰਿਆ ਜਾਵਾਂ, ਚੁੱਪ ਸੰਗਣੀ ਛਾਉ ਅਕੈਰੀ। ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ। ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂ ਸਮਝ ਨੇ ਘੇਰੀ। ਕਵੀ ਕਹਿੰਦਾ ਹੈ ਕਿ ਬਚਪਨ ਦੇ ਵਿੱਚ ਪਿਤਾਹੀਣ ਹੋਇਆ ਬੱਚਾ ਆਪਣੇ ਬੀਤੇ ਬਚਪਨ ਨੂੰ ਚੇਤੇ ਕਰਦਾ ਆਖਦਾ ਹੈ ਕਿ ਛੋਟੇ ਹੁੰਦਿਆਂ ਮੈਂ ਆਪਣੀ ਮਾਂ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦਾ ਸੀ। ਉਂਝ ਤਾਂ ਹਰ ਬੱਚੇ ਲਈ ਉਸਦੀ ਮਾਂ ਬਹੁਤ ਸੋਹਣੀ ਹੁੰਦੀ ਹੈ, ਪਰ ਉਸਦੀ ਮਾਂ ਦੀ ਸੁੰਦਰਤਾ ਵੇਖ ਕੇ ਤਾਂ ਹਰ ਮਰਦ ਦੀਆਂ ਅੱਖਾਂ ਵਿੱਚ ਇੱਕ ਵਿਸ਼ੇਸ਼ ਚਮਕ ਪੈਦਾ ਹੋ ਜਾਂਦੀ ਸੀ। ਉਹ ਆਪਣੀ ਮਾਂ ਨਾਲ ਸਮਾਂ ਗੁਜ਼ਾਰਦਾ ਸੀ। ਉਹ ਤੇ ਉਸਦੀ ਮਾਂ ਹਰ ਵੇਲੇ ਚੁੱਪਚਾਪ ਹੀ ਰਹਿੰਦੇ ਸਨ। ਉਸਦੀ ਮਾਂ ਹਰ ਸਮੇਂ ਉਸਨੂੰ ਸੰਭਾਲ ਕੇ ਰੱਖਦੀ ਸੀ। ਲੋਕਾਂ ਦੀਆਂ ਮੈਲੀਆਂ ਨਜ਼ਰਾਂ ਮੇਰੀ ਪਾਠਸ਼ਾਲਾ ਸਨ ਅਤੇ ਉਹਨਾਂ ਦਾ ਇੱਕ ਇੱਕ ਬੋਲ ਮੇਰਾ ਪਾਠ ਸੀ। ਅਜਿਹੀ ਸਥਿਤੀ ਵਿੱਚ ਉਸਦਾ ਬਚਪਨ ਕਿਹੜੇ ਰਾਹਾਂ ਤੋਂ ਆ ਸਕਦਾ ਸੀ? ਹਰ ਪਾਸੋਂ ਮੈਨੂੰ ਸਮਝ ਬੂਝ ਨੇ ਘੇਰ ਰੱਖਿਆ ਸੀ। ਮਤਲਬ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਨੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਸਮਝਦਾਰ ਬਣਾ ਦਿੱਤਾ ਸੀ। ਇੱਕ ਦਿਨ ਮਾਂ ਨੇ ਬਾਤ ਸੁਣਾਈ, ਕਿਵੇਂ ਉਸਨੇ ਆਪਣੇ ਹੱਥੀਂ ਪਿਤਾ ਮੇਰੀ ਦੀ ਚਿਤਾ ਜਲਾਈ। ਫਿਰ ਕੁਰਲਾਈ, ਨਹੀਂ ਨਹੀਂ ਮੈਂ ਆਪਣੇ ਹੱਥੀਂ। ਤੇਰਾ ਬਚਪਨ ਉਦੋਂ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਬਚਪਨ ਤੋਂ ਹੀ ਪਿਤਾਹੀਣ ਹੋਇਆ ਬੱਚਾ ਆਪਣੇ ਬੀਤੇ ਜੀਵਨ ਨੂੰ ਯਾਦ ਕਰਦਾ ਹੋਇਆ ਦੱਸਦਾ ਹੈ ਕਿ ਇੱਕ ਦਿਨ ਉਸਦੀ ਮਾਂ ਨੇ ਉਸਨੂੰ ਇੱਕ ਘਟਨਾ ਸੁਣਾਈ ਸੀ ਕਿ ਕਿਵੇਂ ਉਸਨੇ ਆਪਣੇ ਹੱਥਾਂ ਨਾਲ ਉਸਦੇ ਪਿਤਾ ਦੀ ਚਿਤਾ ਨੂੰ ਅੱਗ ਲਗਾਈ ਸੀ। ਇਹ ਦੱਸਦਿਆਂ ਹੀ ਉਹ ਕੁਰਲਾ ਉੱਠਾ ਸੀ ਕਿ ਉਸਦਾ ਬੱਚੇ ਦਾ ਬਚਪਨ ਵੀ ਪਿਤਾ ਦੀ ਚਿਤਾ ਨਾਲ ਜਲਾ ਦਿੱਤਾ ਸੀ। ਇਸ ਕਰਕੇ ਮੇਰਾ ਬਚਪਨ ਉਦੋਂ ਨਹੀਂ ਸੀ ਆਇਆ ਜਦੋਂ ਮੈਂ ਛੋਟੀ ਉਮਰ ਦਾ ਸਾਂ। ਤਾਂ ਮੈਂ ਸਵਾਲ ਕਰਦਾ ਹਾਂ ਕਿ ਮੇਰਾ ਬਚਪਨ ਉਮਰ ਦੇ ਕਿਸ ਹਿੱਸੇ ਵਿੱਚ ਆਵੇਗਾ, ਭਾਵ ਮੇਰਾ ਬਚਪਨ ਕਦੇ ਨਹੀਂ ਆਏਗਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਏਗੀ। ਸ਼ੇਅਰ, ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਧੰਨਵਾਦ।